गुरु जी साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं उपदेश बख्शिश कर रहे ने, सतगुरु समझाउंदे बई ये एक खेल है मालिक ने बनाए। दिन ते रात का दिन के समय आपां इस लोक दे विच आउंदे हां खेलण वास्ते, ते जदों रात आउंदी है आपां वापस आपदे घर आपदे देश नूं चले जांदे। हुण ये रोज़ दी रोज़ दा मारे कहते खेल है, दिवस रात दोई दाई दाया खेले सगल जग।
ਹੁਣ ਆਪਾਂ ਵੀ ਇਹ ਖੇਲ ਦੇ ਵਿੱਚ ਆ ਗਏ ਹਾਂ, ਆਪਾਂ ਵੀ ਖੇਲ ਰਹੇ ਹਾਂ। ਹੁਣ ਮਾਰੇ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਖੇਲ ਕੀ ਹੈ, ਕਿਵੇਂ ਅਸੀਂ ਇਹ ਖੇਲ ਨੂੰ ਹਾਰਦੇ ਹਾਂ ਅਤੇ ਕਿਵੇਂ ਹੁਣ ਅਸੀਂ ਇਹ ਖੇਲ ਨੂੰ ਜਿੱਤ ਕੇ ਇੱਥੋਂ ਵਾਪਸ ਜਾ ਸਕਦੇ ਹਾਂ। ਆਪਾਂ ਨੂੰ ਸਮਝਾਉਂਦੇ ਵੀ ਇਸ ਲੋਕ ਦੇ ਵਿੱਚ ਖੇਲ ਚੱਲਦਾ ਹੈ ਵਿਚਾਰਾਂ ਦਾ, ਫੁਰਨਿਆਂ 'ਚ। ਇਹ ਵਿਚਾਰਾਂ ਦਾ ਦੇਸ਼ ਹੈ। ਹੁਣ ਆਪਣਾ ਜਿਹੜਾ ਪਰਿਵਾਰ ਹੈ, ਇਹ ਇੱਕ ਟੀਮ ਬਣਾਈ ਹੈ ਖੇਲਣ ਵਾਸਤੇ, ਅਤੇ ਇਹ ਕੀ ਕਰਦੇ, ਇਸ ਲੋਕ ਦੇ ਜਿਹੜੇ ਜਰਨੈਲ ਜਿਨ੍ਹਾਂ ਦੇ ਨਾਲ ਆਪਾਂ ਖੇਲਣਾ ਆ ਕੇ, ਇਹ ਸਾਡੀ ਟੀਮ ਦੇ ਵਿੱਚ ਫੁੱਟ ਪਾ ਦਿੰਦੇ, ਸਾਡਾ ਵਿਚਾਰਾਂ ਦਾ ਟਕਰਾਅ ਕਰਾ ਦਿੰਦੇ, ਅਤੇ ਵਿਚਾਰਾਂ ਦਾ ਟਕਰਾਅ ਕਰਾ ਕੇ ਸਾਡੇ ਅੰਦਰ ਦੁਬਦਾ ਪੈਦਾ ਕਰ ਦਿੰਦੇ ਇੱਕ ਦੂਸਰੇ ਵਰਤਾਈ। ਜਦੋਂ ਅਸੀਂ ਦੁਬਦਾ ਦੇ ਵਿੱਚ ਚਲੇ ਜਾਂਦੇ ਹਾਂ, ਫਿਰ ਅਸੀਂ ਇੱਥੋਂ ਹਾਰ ਕੇ ਜਾਂਦੇ। ਦੁਬਦਾ ਦੇ ਵਿੱਚ ਪਿਆ ਹੋਇਆ ਜੀਵ ਜਿੰਨੇ ਮਰਜ਼ੀ ਜਪ ਤਪ ਕਰੀ ਜਾਵੇ, ਜਿੰਨੇ ਮਰਜ਼ੀ ਉਹ ਸੱਚ ਸੰਜਮ ਵਰਤ ਲਏ, ਮਾਰੇ ਕਹਿੰਦੇ ਇਹ ਤੋਂ ਮਾਰੀ ਤੋਂ ਬਿਨਾਂ ਕਿਸੇ ਉਥਾਈ ਪੈਂਦੀ ਨਹੀਂ। ਇਸ ਲਈ ਫਰਮਾਉਂਦੇ, ਇਸ ਮਾਰੀ ਬਿਨ ਥਾਈ ਨਾ ਭਰੇ, ਕੋਟ ਕਰਮ ਜਪ ਤਪ ਕਰੇ। ਮਾਰੇ ਕਹਿੰਦੇ ਕਰੋੜਾਂ ਜੀਵ ਜਪ ਤਪ ਕਰ ਲਏ, ਪਰ ਇਹ ਜਿਹੜੀ ਦੁਬਦਾ ਜਾਚਕ ਇਹ ਨਹੀਂ ਖਤਮ ਹੁੰਦੀ। ਉਹਨਾਂ ਸਮਾਂ ਅਸੀਂ ਫਿਰ ਇਹ ਜੀਵਨ ਦੀ ਬਾਜੀ ਨੂੰ ਜਿੱਤ ਨਹੀਂ ਸਕਦੇ। ਮੇਰੇ ਜਦੋਂ ਸਾਨੂੰ ਦੁਬਦਾ 'ਚ ਪਾਉਂਦੇ, ਦੁਬਦਾ ਦੇ ਵਿੱਚ ਪਿਆ ਹੋਇਆ ਜੀਵ ਮਰਨਾ ਭੁੱਲ ਜਾਂਦਾ, ਉਹਨੂੰ ਆਪਦੀ ਮੌਤ ਹੈ ਜਿਹੜੀ ਉਹ ਚੇਤੇ ਨਹੀਂ ਰਹਿੰਦੀ, ਅਤੇ ਦੁਬਦਾ 'ਚ ਪਿਆ ਹੋਇਆ ਦੂਸਰਿਆਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ, ਈਰਖਾ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਹੈ। ਅਤੇ ਇਹਦੇ ਵਿੱਚ ਫਿਰ ਦੁਬਦਾ 'ਚ ਪਿਆ ਹੋਇਆ ਫਿਰ ਆਪਣੇ ਆਪੇ ਦੀ ਪਹਿਚਾਣ ਨਹੀਂ ਕਰ ਸਕਦਾ, ਆਪਦੇ ਬਾਰੇ ਸੋਚਦਾ ਹੀ ਨਹੀਂ ਹੈ। ਅਤੇ ਮਹਾਰਾਜ ਕਹਿੰਦੇ ਜਨਮ ਪਦਾਰਥ ਦੁਬਦਾ ਖੋਵੇ, ਆਪ ਨ ਚੀਨਸ ਭਰਮ ਭਰਮ ਰੋਵੇ। ਬਈ ਜਦੋਂ ਅਸੀਂ ਦੁਬਦਾ 'ਚ ਪੈ ਗਏ, ਫਿਰ ਮਹਾਰਾਜ ਕਹਿੰਦੇ ਰੋਣਾ ਪੈਂਦਾ, ਫਿਰ ਇਹ ਜੀਵਨ ਦੀ ਬਾਜੀ ਨੂੰ ਹਾਰਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਆਪਾਂ ਹੁਣ ਇਹ ਖੇਲ ਨੂੰ ਜਿੱਤਣਾ ਚਾਹੁੰਦੇ ਹਾਂ, ਅਤੇ ਫਿਰ ਕਿਸੇ ਨਾਲ ਵੀ ਦੁਬਦਾ ਨਾ ਰੱਖੋ, ਕਿਸੇ ਨਾਲ ਵੀ ਮਨ ਦੇ ਵਿੱਚ ਵੈਰ ਵਿਰੋਧ ਈਰਖਾ ਨਫ਼ਰਤ ਨਾ ਰੱਖੋ। ਜੇ ਅਸੀਂ ਇਹ ਨਹੀਂ ਕਰਾਂਗੇ ਅਤੇ ਫਿਰ ਅਸੀਂ ਆਪਦੇ ਬਾਰੇ ਸੋਚਾਂਗੇ, ਆਪਣਾ ਆਪਾਂ ਵਿਚਾਰਾਂਗੇ, ਅਤੇ ਫਿਰ ਅਸੀਂ ਇੱਥੋਂ ਜਿੱਤ ਕੇ ਜਾ ਸਕਦੇ ਹਾਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸਾਰਾ ਵਿਚਾਰਾਂ ਦਾ ਖੇਲ ਹੈ, ਅਤੇ ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ ਕਿਸੇ ਨਾਲ ਵੀ ਅਸੀਂ ਕਰਦੇ ਹਾਂ, ਫਿਰ ਹੀ ਸਾਡੇ ਅੰਦਰ ਇਹ ਦੁਬਦਾ ਪੈਦਾ ਹੁੰਦੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਕਿਸੇ ਨਾਲ ਵੀ ਵਿਚਾਰਾਂ ਦਾ ਜਿਹੜਾ ਟਕਰਾਅ ਹੈ ਉਹ ਨਾ ਕਰੋ। ਜੇ ਅਸੀਂ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਕਰਾਂਗੇ ਨਹੀਂ, ਅਤੇ ਸਾਡੇ ਅੰਦਰ ਦੁਬਦਾ ਪੈਦਾ ਹੋਏਗੀ ਨਹੀਂ, ਸਾਡੇ ਅੰਦਰ ਕਲਾ ਕਲੇਸ਼ ਪੈਦਾ ਹੋਏਗਾ ਹੀ ਨਹੀਂ। ਇਹ ਕਲਾ ਕਲੇਸ਼ ਉਦੋਂ ਹੀ ਪੈਦਾ ਹੁੰਦਾ ਜਦੋਂ ਵਿਚਾਰਾਂ ਦਾ ਟਕਰਾਅ ਹੁੰਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਨਾਂ ਦਾ ਖੇਲ ਹੈ, ਸਾਨੂੰ ਹਰਾਉਣ ਵਾਸਤੇ ਇਹ ਫਿਰ ਇਸ ਤਰ੍ਹਾਂ ਖੇਲ ਖੇਲਦੇ, ਸਾਡਾ ਵਿਚਾਰਾਂ ਦਾ ਟਕਰਾਅ ਕਰਾਉਂਦੇ, ਅਤੇ ਫਿਰ ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਸਾਡੇ ਪਰਿਵਾਰ 'ਚ ਕਲੇਸ਼, ਫਿਰ ਅੱਗੇ ਦੀ ਅੱਗੇ ਕਲੇਸ਼ ਗਾਂਹ ਦੀ ਗਾਂਹ ਵੱਧਦਾ ਹੀ ਜਾਂਦਾ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਸਾਡੇ ਅੰਦਰ ਕਲੇਸ਼ ਪਿਆ ਹੈ ਵਿਚਾਰਾਂ ਦਾ,
ਬਈ ਇਸ ਨੂੰ ਅਸੀਂ ਖਤਮ ਕਰ ਸਕਦੇ ਹਾਂ ਹੁਣ ਇਹ ਸਿਮਰਨ ਅਭਿਆਸ ਕਰਕੇ। ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਬਈ ਜੇ ਸਾਡੇ ਅੰਦਰ ਕਲਾ ਕਲੇਸ਼ ਪਿਆ ਹੈ, ਸਿਮਰਨ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਮਿਟਾ ਲਓ। ਤੇ ਜੇ ਸਾਰੇ ਪਰਿਵਾਰ 'ਚ ਦੁਬਦਾ ਪਈ ਹੈ, ਵਿਚਾਰਾਂ ਦਾ ਟਕਰਾਅ ਹੋ ਗਿਆ, ਸਾਰਾ ਪਰਿਵਾਰ ਕਹਿੰਦੇ ਇਕੱਠੇ ਹੋ ਕੇ ਬੈਠੋ, ਸਾਰੇ ਸਿਮਰਨ ਕਰੋ ਤੇ ਸਾਰਿਆਂ ਦੀ ਇੱਕਮਤ ਹੋ ਜਾਏਗੀ, ਦੁਬਦਾ ਖਤਮ ਹੋ ਜਾਏਗੀ। ਇਸ ਲਈ ਫਰਮਾਉਂਦੇ ਹੋਏ ਅਕਸਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਵੈਸੋ ਸਭਾ ਵਿਸ਼ੇ। ਵੀ ਜਦੋਂ ਅਸੀਂ ਇਕੱਠੇ ਹੋ ਕੇ ਬੈਠਾਂਗੇ, ਸਿਮਰਨ ਕਰਾਂਗੇ, ਤੇ ਸਾਡੀ ਸਾਰਿਆਂ ਦੀ ਵਿਚਾਰਧਾਰਾ ਇੱਕ ਹੋ ਜੀ, ਤੇ ਜਿਹੜੀ ਦੁਬਦਾ ਪਈ ਮਨਾਂ 'ਚ ਉਹ ਦੁਬਦਾ ਖਤਮ ਹੋ ਜਾਏਗੀ। ਪਰ ਇਹਨਾਂ ਦਾ ਖੇਲ ਹੈ, ਇਕੱਠੇ ਬੈਠਣ ਨਹੀਂ ਦਿੰਦੇ। ਇਹਨਾਂ ਪੰਜਾਂ ਨੇ ਕੋਸ਼ਿਸ਼ ਕਰਨੀ ਬਈ ਇਹ ਕਿਤੇ ਇਕੱਠੇ ਹੋ ਕੇ ਬੈਠ ਨਾ ਜਾਣ, ਇਹ ਸਿਮਰਨ ਕਰਨ ਲੱਗ ਜਾਣ, ਇਹ ਸ਼ਬਦ ਦੀ ਵਿਚਾਰਨਾ ਕਰਨ ਲੱਗ ਜਾਣ। ਇਸ ਵਾਸਤੇ ਫਿਰ ਇਹਨਾਂ ਨੇ ਸਾਰਿਆਂ ਨੂੰ ਧੜਿਆਂ ਦੇ ਵਿੱਚ ਵੰਡਿਆ ਹੋਇਆ। ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਦੇ ਵਿੱਚ ਇਹਨਾਂ ਨੇ ਧੜੇ ਬਣਾਏ ਹੋਏ ਨੇ। ਮਹਾਰਾਜ ਕਹਿੰਦੇ ਕਲ ਯੁਗ ਮੇ ਧੜੇ, ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧੈ। ਬਈ ਇਹਨਾਂ ਨੇ ਸਾਰਿਆਂ ਨੂੰ ਧੜਿਆਂ ਦੇ ਵਿੱਚ ਵੰਡਿਆ ਹੋਇਆ ਹੈ। ਪਿਓ ਪੁੱਤ ਨੂੰ ਉਹਨਾਂ ਨੂੰ ਲੜਾ ਦਿੰਦੇ, ਭਰਾ ਭਰਾ ਨੂੰ ਲੜਾ ਦਿੰਦੇ, ਔਰ ਸੰਗੀ ਸਾਥੀ ਔਰਤ ਮਰਦ ਉਹ ਲੜ ਪੈਂਦੇ। ਇਸ ਲਈ ਮਹਾਰਾਜ ਕਹਿੰਦੇ ਕਿਸੇ ਹੀ ਧੜਾ ਕੀਆ ਸਤ ਮੀਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਬਈ ਇਹਨਾਂ ਨੇ ਇਸ ਤਰ੍ਹਾਂ ਕਿਤੇ ਪਿਓ ਪੁੱਤ ਦੀ ਆਪਸ ਵਿੱਚ ਨਹੀਂ ਬਣਦੀ, ਉਹਨਾਂ ਦਾ ਧੜਾ ਬਣ ਗਿਆ। ਕਿਤੇ ਭਰਾ ਭਰਾ ਦਾ ਆਪਸ ਵਿੱਚ ਉਹਨਾਂ ਦਾ ਬਣ ਗਿਆ, ਕਿਤੇ ਕੁੜਮ ਸਕੇ ਨਾਲ ਜਵਾਈ ਉਹਨਾਂ ਦਾ ਆਪਸ ਵਿੱਚ ਬਣ ਗਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਧੜਿਆਂ ਦੇ ਵਿੱਚ ਵੰਡ ਕੇ ਫਿਰ ਸਾਨੂੰ ਇਹ ਜੀਵਨ ਦੀ ਬਾਜੀ ਨੂੰ ਹਰਾਉਂਦੇ ਨੇ, ਤੇ ਆਪਾਂ ਨੂੰ ਫਿਰ ਸਮਝਾਉਂਦੇ ਵੀ ਵੰਡਣ ਵਾਲਾ ਕੋਈ ਹੋਰ ਨਹੀਂ, ਇਹ ਸਾਡੇ ਅੰਦਰ ਹੀ ਬੈਠੇ ਨੇ। ਅੰਦਰ ਬੈਠੇ ਹੀ ਇਹ ਸਾਡੇ ਐਸੀ ਦੁਬਦਾ ਪੈਦਾ ਕਰਦੇ, ਐਸੀ ਈਰਖਾ ਨਫ਼ਰਤ ਪੈਦਾ ਕਰਦੇ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਜਾਂਦੇ ਹਾਂ ਤੇ ਦੂਸਰੇ ਦੇ ਨਾਲ ਬੈਰ ਵਿਰੋਧ ਈਰਖਾ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ। ਫਿਰ ਜਿਹਦੇ ਨਾਲ ਸਾਡਾ ਧੜਾ ਬਣ ਗਿਆ, ਜਿਹਦੇ ਨਾਲ ਦੁਬਦਾ ਪੈਦਾ ਹੋ ਗਈ, ਉਹਨੂੰ ਜੀਵ ਫਿਰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ, ਉਹਦੀ ਨਿੰਦਿਆ ਸ਼ੁਰੂ ਕਰ ਦਿੰਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਨਿੰਦਿਆ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਜੀਵ ਆਤਮ ਹੱਤਿਆ ਕਰਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਕੋਈ ਜੀਵ ਆਤਮ ਹੱਤਿਆ ਕਰ ਲਵੇ ਤੇ ਸੰਸਾਰੀ ਜੀਵ ਉਹਦੀ ਨਿੰਦਿਆ ਕਰਦੇ ਵੀ ਇਹਨੇ ਬੜਾ ਮਾੜਾ ਕੰਮ ਕੀਤਾ, ਇਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਤੇ ਸੱਚੇ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਵੀ ਜਿਹੜਾ ਜੀਵ ਨਿੰਦਿਆ ਕਰਦਾ ਉਹ ਆਤਮਘਾਤੀ ਹੈ, ਉਹ ਫਿਰ ਆਪਦੇ ਆਪ ਦੀ ਹੱਤਿਆ ਉਹ ਆਪ ਹੀ ਕਰ ਰਹੀ ਹੈ। ਇਸ ਲਈ ਮਹਾਰਾਜ ਸਮਝਾਉਂਦੇ ਕਹਿੰਦੇ ਵੀ ਕਿਵੇਂ ਫਿਰ ਇਹ ਜੀਵਨ ਨਿੰਦਿਆ ਕਰਕੇ ਇਹ ਆਪਣੇ ਆਪੇ ਦੀ ਹੱਤਿਆ ਕਰਦਾ, ਇਹ ਆਤਮਘਾਤੀ ਹੈ। ਤਾਈਓ ਫਿਰ ਆਪਾਂ ਨੂੰ ਦੱਸਦੇ ਵੀ ਨਿੰਦਾ ਜਿਹੜੀ ਉਹ ਕਿਸੇ ਦੀ ਭਲੀ ਨਹੀਂ ਹੈ, ਕਿਸੇ ਦੀ ਚੰਗੀ ਨਹੀਂ ਹੈ। ਜਿਹੜੇ ਜੀਵ ਕਰਦੇ ਉਹਨਾਂ ਨੂੰ ਮਨਮੁਖ ਮੂਰਖ ਕਹਿ ਦਿੱਤਾ, ਸਾਖਤ ਅੰਧ ਗਿਆਨੀ ਕਹਿ ਦਿੱਤਾ। ਇਸ ਲਈ ਫਰਮਾਉਂਦੇ ਨਿੰਦਾ ਭਲੀ
किसे की नाही मन मुख मुग्ध करन, मूँह काले दिन निंदक नरके घोर भवन। भी ਜਿਹੜੇ ਜੀਵ ਨਿੰਦਿਆ ਕਰਦੇ ਉਹਨਾਂ ਦਾ ਮੁੱਖ ਕਾਲਾ ਕਰਕੇ ਉਹਨਾਂ ਨੂੰ ਸੁੱਟਿਆ ਜਾਣਾ ਨਰਕਾਂ ਦੇ ਵਿੱਚ। ਇਸ ਲਈ ਮਹਾਰਾਜ ਕਹਿੰਦੇ ਵੀ ਉਹ ਆਤਮਘਾਤੀ ਨੇ, ਵੀ ਨਿੰਦਿਆ ਕਰ ਕਰਕੇ ਦੂਸਰੇ ਦਾ ਭਾਰ ਚੱਕ ਚੁੱਕ ਕੇ ਸੁੱਟੀ ਜਾਂਦੇ, ਉਹ ਵੀ ਫਰੀ ਦੇ ਵਿੱਚ। ਇਸ ਲਈ ਮਹਾਰਾਜ ਕਹਿੰਦੇ ਆਤਮਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੀ। ਵੀ ਆਤਮਘਾਤੀ ਇਹਦੇ ਬਿਨਾਂ ਮਨਜ਼ੂਰੀ ਤੋਂ ਹੀ ਚੁੱਕ ਚੁੱਕ ਕੇ ਸੁੱਟਦਾ ਭਾਰ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਕ ਤਾਂ ਐਸਾ ਕਰਮ ਹੈ ਜਿਹੜਾ ਕਰਕੇ ਸਾਡਾ ਮੁੱਖ ਕਾਲਾ ਹੁੰਦਾ, ਉਹ ਹੈ ਫਿਰ ਜਦੋਂ ਜੀਵੇ ਵੈਰ ਵਿਰੋਧ ਕਰਦਾ, ਨਿੰਦਿਆ ਕਰਦਾ, ਉਹਦਾ ਮੁੱਖ ਕਾਲਾ ਹੋ ਜਾਂਦਾ। ਇੱਕ ਕਰਮ ਐਸਾ ਹੈ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਕਰਦੇ ਹਾਂ, ਉਹਦੇ ਨਾਲ ਸਾਡਾ ਜਿਹੜਾ ਮੁੱਖ ਹੈ ਉਹ ਉਜਲ ਹੋ ਜਾਂਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਫਿਰ ਗੁਰਮੁਖ ਗੁਰਬਾਣੀ ਦੀ ਵਿਚਾਰ ਕਰਦੇ, ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਹਨਾਂ ਦੇ ਜਿਹੜੇ ਮੁੱਖ ਨੇ ਉਹ ਉਜਲ ਨੇ ਸੱਚੇ ਦਰਬਾਰ ਦੇ ਵਿੱਚ। ਇਸ ਲਈ ਫਰਮਾਉਂਦੇ ਜਿਨ੍ਹਾਂ ਅੰਤਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤਿਨ ਕੇ ਮੁਖ ਸਦ ਉਜਲੇ, ਤਿਤ ਸੱਚੇ ਦਰਬਾਰ। ਵੀ ਇੱਕ ਤਾਂ ਜਦੋਂ ਅਸੀਂ ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਕਰਾਂਗੇ, ਇਹਦੇ ਨਾਲ ਸਾਡਾ ਮੁੱਖ ਉਜਲ ਹੋ ਜਾਣਾ। ਜੇ ਪਹਿਲਾਂ ਕਾਲਖ ਲੱਗੀ ਵੀ ਆ ਉਹ ਵੀ ਲੈ ਜਾਣੀ। ਤੇ ਇੱਕ ਕਰਮ ਐਸਾ ਹੈ ਜਿਹੜਾ ਕਰਕੇ ਕਾਲਖ ਲੱਗ ਜਾਂਦੀ ਹੈ, ਮੂੰਹ ਕਾਲਾ ਹੋ ਜਾਂਦਾ। ਸੋ ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਐਸਾ ਕਰਮ ਨਾ ਕਰੋ ਵੀ ਜਿਹਦੇ ਨਾਲ ਸਾਡਾ ਮੁੱਖ ਕਾਲਾ ਹੋਣਾ, ਜਿਹਦੇ ਨਾਲ ਸਾਡੇ ਮਨ ਨੂੰ ਸਜ਼ਾ ਮਿਲਣੀ, ਉਹ ਕਰਮ ਨਾ ਕਰੋ। ਉਹ ਤੋਂ ਫਿਰ ਸਾਨੂੰ ਰੋਕਦੇ ਤੇ ਉਹਦੇ ਬਾਰੇ ਸਾਨੂੰ ਫਿਰ ਭੇਦ ਦਿੰਦੇ, ਸਮਝਾਉਂਦੇ। ਜਿਵੇਂ ਹੁਣ ਸੰਸਾਰ ਦਾ ਤਾਂ ਗਿਆਨ ਆਪਾਂ ਨੂੰ ਹੈਗਾ, ਆਪਾਂ ਲਿਆ ਹੈ, ਤੇ ਸੰਸਾਰ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਆਹ ਕੰਮ ਚੰਗਾ, ਆਹ ਮਾੜਾ ਹੈ, ਆਹ ਕਰਾਂਗੇ ਸਾਡੇ ਵਾਸਤੇ ਸਹੀ ਹੈ, ਆਹ ਕਰਾਂਗੇ ਗਲਤ ਹੈ। ਹੁਣ ਜੋ ਸਾਡੇ ਮਨ ਦਾ ਕਰਮ ਹੈ ਉਹਦਾ ਸਾਨੂੰ ਆਪਦੇ ਆਪ ਭੇਦ ਨਹੀਂ ਆਉਂਦਾ, ਤੇ ਉਹਦਾ ਭੇਦ ਸਾਨੂੰ ਸਤਿਗੁਰੂ ਦਿੰਦੇ ਨੇ ਕਿ ਮਨ ਨੇ ਕਿਹੜਾ ਕਰਮ ਕਰਨਾ, ਕਿਹੜਾ ਨਹੀਂ ਕਰਨਾ। ਹੁਣ ਆਪਾਂ ਨੂੰ ਸਮਝਾਉਂਦੇ ਵੀ ਮਨ ਦਾ ਕਰਮ ਹੈ ਸਿਮਰਨ ਕਰਨਾ। ਮਨ ਨੂੰ ਇੱਕੋ ਹੀ ਕਰਮ ਦਿੱਤਾ, ਸਿਮਰਨ ਅਭਿਆਸ ਕਰਨਾ, ਭਗਤੀ ਕਰਨੀ। ਇਸ ਲਈ ਫਰਮਾਉਂਦੇ ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ। ਇਹ ਮਨ ਦਾ ਕਾਰਜ ਹੈ, ਇਹ ਮਨ ਦਾ ਕਰਮ ਹੈ। ਹੁਣ ਜਦੋਂ ਮਨ ਸਿਮਰਨ ਨਹੀਂ ਕਰਦਾ ਫਿਰ ਇਹ ਅਵਰ ਕਾਜ ਕਰਦਾ। ਅਵਰ ਕਾਜ ਕੀ ਨੇ? ਜਿਹੜੇ ਵਿਚਾਰ ਲੈਂਦਾ, ਫੁਰਨੇ ਲੈਂਦਾ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਅਵਰ ਕਾਜ ਤੇਰੇ ਕਿਸੇ ਕੰਮ ਆਉਣ ਵਾਲੀ ਨਹੀਂ, ਇਹ ਤੇਰੇ ਕਿਸੇ ਕੰਮ ਨਹੀਂ ਹੈ। ਜੋ ਆਪਾਂ ਨੂੰ ਰੋਜ਼ ਸਤਿਗੁਰੂ ਸਮਝਾਉਂਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਤੇਰਾ ਤਾਂ ਇੱਕੋ ਹੀ ਕਾਰਜ ਹੈ, ਨਾਮ ਦੇ ਨਾਲ ਜੁੜਨਾ, ਸਿਮਰਨ ਕਰਨਾ। ਵੀ ਇਹ ਜੋ ਜਿਹੜੇ ਅਵਰ ਕਾਜ ਕਰ ਰਹੇ ਹੈ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਹੈ। ਜੇ ਜੋ ਇਹ ਅਵਰ ਕਾਜ ਹੀ ਕਰਦਾ ਰਿਹਾ ਫਿਰ ਤੂੰ ਜੀਵਨ ਦੀ ਬਾਜੀ ਨੂੰ ਹਾਰ ਜਾਏਗਾ। ਤੂੰ ਉਹ ਕੰਮ ਕਰ ਜਿਹੜਾ ਤੈਨੂੰ ਕਰਨ ਨੂੰ ਕਹਿ ਰਹੇ। ਇਸ ਲਈ ਫਿਰ ਮਨ ਨੂੰ ਸਮਝਾਉਂਦੇ ਬਈ ਬਾਕੀ ਕੰਮ ਛੱਡ ਕੇ, ਬਾਕੀ ਕੰਮ ਕੀ ਵੀ ਵਿਚਾਰ ਛੱਡ ਕੇ, ਫੁਰਨੇ ਛੱਡ ਕੇ, ਬਈ ਵਿਚਾਰ ਫੁਰਨੇ ਛੱਡ ਕੇ ਤੂੰ ਇੱਕੋ ਹੀ ਕੰਮ ਕਰ, ਉਹ ਹੈ ਸਿਮਰਨ ਕਰ।
ਮਾਰੇ ਕਹਿੰਦੇ ਰਾਮ ਰਾਮ ਬੋਲ, ਰਾਮ ਰਾਮ ਤਿਆਗੋ ਮਨ ਕੀ ਸਗਲ ਕਾਮ। ਬਈ ਬਾਕੀ ਜਿੰਨੇ ਵੀ ਮਨ ਦੇ ਕੰਮ ਨੇ ਉਹ ਸਾਰੇ ਛੱਡ ਦਿਓ। ਜਿਹੜੇ ਮਨ ਵਿਚਾਰ ਲੈ ਰਹੇ ਆ, ਫੁਰਨੇ ਲੈ ਰਹੇ ਆ, ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਛੱਡ ਕੇ ਤੁਸੀਂ ਮਨ ਕਰ ਰਾਮ ਰਾਮ ਬੋਲ, ਵਾਹਿਗੁਰੂ ਵਾਹਿਗੁਰੂ ਬੋਲ। ਬਈ ਇਹ ਸਾਡੇ ਮਨ ਦਾ ਇਹ ਅਸਲ ਕਾਰਜ, ਇਹ ਕਰਮ ਹੈ। ਇਸ ਵਾਸਤੇ ਫਿਰ ਇੱਕੋ ਹੀ ਕਰਮ ਦਿੱਤਾ ਮਨ ਨੂੰ, ਬਈ ਤੂੰ ਇਹ ਕਰਨਾ ਹੈ। ਤੇ ਜਦੋਂ ਤੂੰ ਇਹ ਕਰੇਗਾ ਤੇਰਾ ਜਿਹੜਾ ਕਾਰਜ ਹੈ ਉਹ ਸਵਰ ਜੇਗਾ। ਜਿਸ ਨੂੰ ਮਹਾਰਾਜ ਕਹਿੰਦੇ ਮਨ ਰੇ ਸਵਰੇ ਉਹਨਾਂ ਏਕੇ ਕਾਜ, ਭਜੇ ਉਹਨਾਂ ਰਘੁਪਤ ਰਾਜਾ। ਬਈ ਜਿਹੜਾ ਇੱਕੋ ਹੀ ਕਾਰਜ ਸੀ, ਹੋਰ ਤਾਂ ਬਹੁਤੇ ਦਿੱਤੇ ਨਹੀਂ ਸਾਡੇ ਮਨ ਨੂੰ ਕੰਮ, ਇੱਕੋ ਹੀ ਦਿੱਤਾ ਹੈ। ਤੇ ਜੇ ਅਸੀਂ ਉਹੀਓ ਕੀਤਾ ਨਾ, ਤੇ ਮਹਾਰਾਜ ਕਹਿੰਦੇ ਵੀ ਜਿਹੜਾ ਤੁਹਾਨੂੰ ਦਿੱਤਾ ਸੀ ਉਹ ਤਾਂ ਤੁਸੀਂ ਕੀਤਾ ਹੀ ਨਾ, ਫਿਰ ਮਨ ਨੂੰ ਸਜ਼ਾ ਮਿਲਦੀ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਇੱਧਰ ਸੰਸਾਰ 'ਚ ਆਉਂਦੇ ਹਾਂ, ਮਨ ਨੂੰ ਇਹ ਕਰਮ ਕਰਨ ਵਾਸਤੇ ਭੇਜਿਆ ਜਾਂਦਾ। ਜਦੋਂ ਇੱਥੇ ਕਰਮ ਕਰਦਾ, ਫਿਰ ਇਹਦਾ ਫੈਸਲਾ ਜਿਹੜਾ ਜਦੋਂ ਅਸੀਂ ਘਰ ਜਾਂਦੇ ਸੱਚੇ ਮਹਿਲ ਦੇ ਵਿੱਚ ਉੱਥੇ ਹੁੰਦਾ। ਬਈ ਇਹਨਾਂ ਨੇ ਜੋ ਕਰਮ ਕੀਤਾ, ਵੀ ਜਿਹੜਾ ਕਰਮ ਕਰਨ ਵਾਸਤੇ ਭੇਜਿਆ ਸੀ ਉਹ ਕਰਕੇ ਵੀ ਆਏ ਨੇ, ਜਾਂ ਉਸੇ ਅਵਰ ਕਾਜੀ ਕਰਦੇ ਰਹੇ। ਜਿਹਦਾ ਅਸੀਂ ਜਿਹੜਾ ਕਾਰਜ ਸਾਨੂੰ ਕਰਨ ਵਾਸਤੇ ਭੇਜਿਆ ਸੀ ਉਹ ਕੀਤਾ, ਫਿਰ ਤਾਂ ਸਾਡੇ ਮਨ ਨੂੰ ਸ਼ਾਬਾਸ਼ ਮਿਲਦੀ ਹੈ। ਤੇ ਜੇ ਅਸੀਂ ਅਵਰ ਕਾਜੀ ਕਰਦੇ ਰਹੇ ਫਿਰ ਇਹਨੂੰ ਝਟਕਾ ਮਿਲਦੀ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਬਈ ਸੱਚੇ ਦਰਬਾਰ ਦੇ ਵਿੱਚ ਮਨ ਦੇ ਕਰਮ ਦਾ ਫੈਸਲਾ ਹੁੰਦਾ। ਹੁਣ ਜੇ ਅਸੀਂ ਇੱਥੇ ਕਰਮ ਕੀਤਾ, ਹੁਕਮ ਦੇ ਵਿੱਚ ਰਹਿੰਦੇ ਹੋਏ ਜਿਹੜਾ ਕਾਰਜ ਸਾਨੂੰ ਕਰਨ ਵਾਸਤੇ ਭੇਜਿਆ ਸੀ, ਫਿਰ ਉਹਦਾ ਸਾਨੂੰ ਫਲ ਪ੍ਰਾਪਤ ਹੁੰਦਾ। ਤੇ ਜੇ ਅਸੀਂ ਉਹ ਕੀਤਾ ਹੀ ਨਹੀਂ, ਅਵਰ ਕਾਜ ਕਰਦੇ, ਨਾਲੇ ਤਾਂ ਅਵਰ ਕਾਜ ਕੀਤੇ ਤੇ ਨਾਲੇ ਜੇ ਨਿਰਵੈਰ ਵਿਰੋਧ 'ਚ ਪੈ ਗਏ, ਈਰਖਾ ਨਫ਼ਰਤ ਦੇ ਵਿੱਚ ਚਲੇ ਗਏ, ਫਿਰ ਅਸੀਂ ਨਾਲ ਸਜ਼ਾ ਦੇ ਵੀ ਭਾਗੀਦਾਰ ਬਣ ਜਾਂਦੇ। ਵੀ ਇੱਕ ਤਾਂ ਉਹਦਾ ਝਟਕਾ ਮਿਲਦੀਆਂ ਵੀ ਅਵਰ ਕਾਜ ਕੀਤੇ, ਤੇ ਨਾਲ ਹੀ ਨਿਰਵੈਰ ਵਿਰੋਧ ਪੈਦਾ ਕਰ ਲਿਆ, ਹੋਰ ਦੁਵਿਧਾ 'ਚ, ਹੋਰ ਈਰਖਾ ਨਫ਼ਰਤ 'ਚ ਚਲੇ ਗਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਇਹ ਜਿਹੜਾ ਖੇਲ ਹੈ ਪ੍ਰੇਮ ਦਾ, ਬਈ ਜੇ ਅਸੀਂ ਜੀਵਨ ਦੀ ਬਾਜੀ ਨੂੰ ਜਿੱਤਣਾ ਚਾਹੁੰਦੇ ਫਿਰ ਕਿਸੇ ਨਾਲ ਵੀ ਬੈਰ ਵਿਰੋਧ ਪੈਦਾ ਨਾ ਕਰੋ। ਜੇ ਅਸੀਂ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਕਰਦੇ ਕਿਹਦੇ ਨਾਲ, ਵੀ ਸਭ ਦੇ ਅੰਦਰ ਤਾਂ ਮਾਲਕ ਦੀ ਜੋਤ ਹੈ। ਬਾਬਾ ਵੈਰ ਵਿਰੋਧ ਨ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਮਹਾਰਾਜ ਤਾਂ ਕਹਿੰਦੇ ਵੀ ਸਾਰੇ ਘਟਾਂ ਦੇ ਵਿੱਚ ਉਹੀਓ ਵਸਦਾ, ਬਈ ਫਿਰ ਵੈਰ ਵਿਰੋਧ ਕਰੋਗੇ ਕਿਸ ਦੇ ਨਾਲ। ਤੇ ਜੇ ਅਸੀਂ ਉਹਦੇ ਸਰਗਨ ਰੂਪ ਦੇ ਨਾਲ ਹੀ ਵੈਰ ਵਿਰੋਧ ਕਰਾਂਗੇ ਤੇ ਫਿਰ ਅਸੀਂ ਉਹਨੂੰ ਮਿਲ ਨਹੀਂ ਸਕਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਹੁਣ ਜਿੱਤਣਾ ਚਾਹੁੰਦੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜਾ ਕਾਰਜ ਆਪਾਂ ਨੂੰ ਕਰਨ ਨੂੰ ਕਹਿ ਰਹੇ ਵੀ ਉਹ ਕਰੋ। ਮਹਾਰਾਜ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਜੋ ਸਾਨੂੰ ਗੁਰੂ ਕਾਰ ਕਰਨ ਨੂੰ ਕਹਿ ਰਹੇ ਆ ਵੀ ਉਹ ਕਰੋ। ਹੁਣ ਕਾਰ ਆਪਾਂ ਨੂੰ ਇੱਕੋ ਹੀ ਕਹਿ ਰਹੇ ਵੀ ਸਿਮਰਨ ਕਰੋ, ਮਾਲਕ ਨੂੰ ਧਿਆਵੋ, ਜਪੋ, ਅਰਾਜੋ। ਵਾਰ ਵਾਰ ਆਪਾਂ ਨੂੰ ਇਹੀਓ ਕਹਿੰਦੇ। ਹੁਣ ਜਪਣਾ ਕੀ ਹੈ, ਜਪਣਾ ਵੀ ਸਿਮਰਨ ਕਰਨਾ। ਆਰਾਧਨਾ ਕੀ ਹੈ, ਆਰਾਧਨਾ ਵੀ ਸਿਮਰਨ ਕਰਨਾ ਹੀ ਹੈ, ਧਿਆਉਣਾ ਸਿਮਰਨ ਕਰਨਾ। ਮਾਲਕ ਦੇ ਕਹਿੰਦੇ ਗੁਣ ਗਾਵੋ। ਗੁਣ ਗਾਉਣਾ ਕੀ ਹੈ, ਜਿਹੜਾ ਆਪਾਂ ਸਿਮਰਨ ਕਰਦੇ ਮਾਲਕ ਦੇ ਗੁਣ ਗਾਉਣੇ।
ਸੋ ਇਹ ਆਪਾਂ ਨੂੰ ਹੁਣ ਵਾਰ-ਵਾਰ ਮਨ ਨੂੰ ਸਮਝਾਉਂਦੇ ਹਰ ਇੱਕ ਪੱਖੋਂ, ਜਿਵੇਂ ਮਾਂ ਪਿਓ ਪਹਿਲਾਂ ਬੱਚੇ ਨੂੰ ਪਿਆਰ ਨਾਲ ਸਮਝਾਉਂਦੇ ਵੀ ਹੁਣ ਤੇਰੇ ਕੋਲ ਮੌਕਾ ਹੈ, ਹੁਣ ਵੇਲਾ ਹੈ, ਹੁਣ ਤੂੰ ਗੁਣ ਗਾ ਸਕਦਾ, ਹੁਣ ਤੂੰ ਸਿਮਰਨ ਕਰ ਸਕਦਾ। ਜੇ ਤੂੰ ਹੁਣ ਨਹੀਂ ਕਰੇਗਾ ਤੇ ਫਿਰ ਤੂੰ ਅੱਗੇ ਕਾਰਾਂ 'ਚ ਚਲਾ ਗਿਆ, ਫਿਰ ਤੈਨੂੰ ਮੌਕਾ ਨਹੀਂ ਹੈ, ਵਾਰੀ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਬਈ ਹੁਣ ਤੈਨੂੰ ਵੇਲਾ, ਹੁਣ ਤੈਨੂੰ ਮੌਕਾ ਹੈ, ਹੁਣ ਤੂੰ ਮਿਲ ਸਕਦਾ। ਜਦੋਂ ਮਨ ਪਿਆਰ ਦੇ ਨਾਲ ਨਹੀਂ ਸਮਝਦਾ ਫਿਰ ਇਹਨੂੰ ਥੋੜ੍ਹੇ ਸਖਤ ਬਚਨ ਬੋਲਦੇ, ਸਖਤੀ ਕਰਦੇ। ਫਿਰ ਇਹਨੂੰ ਕਹਿੰਦੇ ਸੁਣ ਮਨ ਅੰਧੇ ਉਤੇ ਘੜਿਆਰ। ਫਿਰ ਇੱਦਾਂ ਵੀ ਕਹਿੰਦੇ ਵੀ ਤੂੰ ਹੁਣ ਸੁਣਦਾ ਕਿਉਂ ਨਹੀਂ ਹੈ, ਜੇ ਤੂੰ ਹੁਣ ਨਹੀਂ ਸੁਣੇਗਾ ਫਿਰ ਤੂੰ ਪਛਤਾਏਂਗਾ ਬਾਅਦ 'ਚ। ਸੋ ਜਾਣੀ ਦੀ ਹਰ ਇੱਕ ਪੱਖੋਂ, ਜਿਵੇਂ ਮਾਤਾ ਪਿਤਾ ਬੱਚੇ ਨੂੰ ਸਮਝਾਉਂਦੇ ਪ੍ਰੇਮ ਦੇ ਨਾਲ ਜਾਂ ਸਖਤੀ ਵਰਤਦੇ, ਝਿੜਕਦੇ ਤੇ ਉਹਦੇ ਭਲੇ ਵਾਸਤੇ, ਇਸੇ ਤਰ੍ਹਾਂ ਹੀ ਹੁਣ ਗੁਰਬਾਣੀ ਗੁਰੂ ਆਪਣੇ ਮਨ ਨੂੰ ਹਰ ਇੱਕ ਪੱਖੋਂ ਸਮਝਾਉਂਦੇ, ਪ੍ਰੇਮ ਨਾਲ ਵੀ, ਸਖਤ ਬਚਨ ਵੀ ਬੋਲਦੇ ਵੀ ਤਾਂ ਕਿ ਸਾਨੂੰ ਸਮਝ ਲੱਗ ਜੇ, ਤਾਂ ਕਿ ਸਾਡਾ ਮਨ ਜਿਹੜਾ ਕਰਮ ਕਰਨ ਨੂੰ ਕਹਿ ਰਹੇ ਵੀ ਉਹ ਕਰੇ। ਤਾਂ ਕਰਕੇ ਫਿਰ ਇੱਦਾਂ ਦੇ ਬਚਨ ਕਹਿੰਦੇ। ਹੁਣ ਬੇਨਤੀਆਂ ਤਾਂ ਵੈਸੇ ਆਪਾਂ ਨੂੰ ਕਰਨੀਆਂ ਚਾਹੀਦੀਆਂ, ਪਰ ਉਲਟਾ ਉਹ ਸਾਡੇ ਮਨ ਨੂੰ ਬੇਨਤੀ ਕਰਦੇ ਵੀ ਹੁਣ ਮੌਕਾ, ਹੁਣ ਵਾਰੀ ਹੈ, ਹੁਣ ਅਸੀਂ ਟਹਿਲ ਕਮਾ ਸਕਦੇ ਸੰਤਾਂ ਦੀ, ਸਾਧੂਆਂ ਦੀ। ਅਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਕਰੂੰ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਵਸਣ ਸਹੇਲਾ। ਵੀ ਹੁਣ ਅਸੀਂ ਲਾਹਾ ਕੱਟ ਸਕਦੇ, ਹੁਣ ਅਸੀਂ ਕਰ ਸਕਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਹੀ ਵਾਰੀ, ਹੁਣ ਹੀ ਮੌਕਾ ਹੈ। ਅਤੇ ਮੌਕਾ ਵੀ ਬੜੇ ਸਮੇਂ ਬਾਅਦ ਆਪਾਂ ਨੂੰ ਮਿਲੇ, ਕਈਆਂ ਯੁੱਗਾਂ ਬਾਅਦ ਮਿਲਦਾ। ਜਦੋਂ ਆਪਾਂ ਹੋਰਾਂ ਕਾਰਾਂ ਦੇ ਵਿੱਚ ਘੁੰਮਦੇ ਘੁੰਮਦੇ ਆਉਂਦੇ ਹਾਂ ਅਤੇ ਆਪਾਂ ਨੂੰ ਕਿਹਾ ਜਾਂਦਾ ਹੈ ਵੀ ਇੱਕ ਵਾਰ ਤੁਹਾਨੂੰ ਮੌਕਾ ਜ਼ਰੂਰ ਦਿੱਤਾ ਜਾਏਗਾ। ਹੁਣ ਆਪਾਂ ਨੂੰ ਫਿਰ ਮਾਨਸ ਜਾਮੇ ਵਿੱਚ ਇਹ ਮੌਕਾ ਮਿਲਦਾ ਹੈ, ਵਾਰੀ ਮਿਲਦੀ ਹੈ ਵੀ ਹੁਣ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ। ਤਾਂਹੀਓ ਮਹਾਰਾਜ ਆਪਾਂ ਨੂੰ ਸਮਝਾਉਂਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਕਿਸੇ ਇੱਕ ਨੂੰ ਨਹੀਂ, ਆਪਾਂ ਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਜਿਹੜਾ ਵੀ ਜੀਵ ਮਾਨਸ ਜਾਮੇ ਵਿੱਚ ਆਇਆ ਹੈ, ਮਹਾਰਾਜ ਉਹਨੂੰ ਸਮਝਾਉਂਦੇ ਵੀ ਹੁਣ ਤੁਹਾਨੂੰ ਵਾਰੀ ਮਿਲੀ ਹੈ, ਹੁਣ ਤੁਸੀਂ ਮਿਲ ਸਕਦੇ। ਕਿਵੇਂ ਮਿਲੀਏ ਉਹ ਫਿਰ ਆਪਾਂ ਨੂੰ ਸਾਰਾ ਭੇਜ ਦਿੱਤਾ ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ, ਵੀ ਕੀ ਰਸਤੇ ਵਿੱਚ ਔਕੜਾਂ ਆਉਂਦੀਆਂ, ਕੀ ਰੁਕਾਵਟਾਂ ਆਉਂਦੀਆਂ, ਉਹਨਾਂ ਰੁਕਾਵਟਾਂ ਨੂੰ ਅਸੀਂ ਕਿਵੇਂ ਪਾਸੇ ਕਰਨਾ, ਕੀ ਨਿਸ਼ਾਨੀਆਂ ਪ੍ਰਗਟ ਹੁੰਦੀਆਂ, ਤਾਂ ਕਿ ਸਾਨੂੰ ਪਤਾ ਚੱਲਦਾ ਚੱਲੇ ਵੀ ਅਸੀਂ ਸਹੀ ਰਸਤੇ 'ਤੇ ਜਾ ਰਹੇ ਹਾਂ। ਉਹ ਫਿਰ ਆਪਾਂ ਨੂੰ ਸਤਿਗੁਰੂ ਸਾਰਾ ਭੇਜ ਦਿੱਤੀ ਜਾਂਦੇ ਨੇ। ਹੁਣ ਔਕੜਾਂ ਜਿਹੜੀਆਂ ਸਭ ਤੋਂ ਵੱਡੀ ਤਾਂ ਇਹੀ ਹੈ, ਜਿਹੜੇ ਵਿਚਾਰ ਨੇ ਫੁਰਨੇ, ਇਹਨਾਂ ਪੰਜਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹਨਾਂ ਨੇ ਸਾਨੂੰ ਜਾਣ ਨਹੀਂ ਦੇਣਾ ਵਾਪਸ। ਇਹ ਚਾਹੁੰਦੇ ਵੀ ਇਹ ਸਾਡੇ ਨਾਲ ਹੀ ਖੇਲੀ ਜਾਣ, ਇੱਧਰ ਇਹ ਘਰ ਵਾਪਸ ਨਾ ਚਲੇ ਜਾਣ, ਇਹ ਭਗਤੀ ਦੇ ਨਾਲ ਲੱਗ ਜਾਣ। ਇਸ ਵਾਸਤੇ ਫਿਰ ਇਹ ਵਿਚਾਰ ਦਿੱਤੀ ਜਾਂਦੇ, ਫੁਰਨੇ ਦਿੱਤੀ ਜਾਂਦੇ ਵੀ ਤਾਂ ਕਿ ਇੱਧਰ ਹੀ ਸਾਡੇ ਨਾਲ ਹੀ ਲੱਗੇ ਰਹਿਣ। ਅਤੇ ਆਪਾਂ ਨੂੰ ਹੁਣ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਆਪਾਂ ਇਹਨਾਂ ਦੇ ਦਾਇਰੇ 'ਚੋਂ ਬਾਹਰ ਜਾਣਾ, ਉੱਪਰ ਉੱਠਣਾ। ਅਤੇ ਉਹਦੇ ਵਾਸਤੇ ਫਿਰ ਜਦੋਂ ਆਪਾਂ ਸਿਮਰਨ ਕਰਦੇ ਹਾਂ
ਸਿਮਰਨ ਕਰਨ ਦੇ ਨਾਲ ਇਹ ਥੋੜ੍ਹਾ ਜਿਹਾ ਪਾਸੇ ਹਟ ਜਾਂਦੇ ਅਤੇ ਫਿਰ ਆਪਾਂ ਨੂੰ ਮੌਕਾ ਮਿਲ ਜਾਂਦਾ ਅੱਗੇ ਜਾਣ ਦਾ। ਪਰ ਇਹ ਫਿਰ ਵੀ ਸਾਡੇ ਮਨ ਨੂੰ ਵਾਪਸ ਖਿੱਚਦੇ ਵੀ ਫਿਰ ਇਹ ਸਾਡੇ ਨਾਲ ਹੀ ਖੇਲੀ ਜਾਣ, ਘਰੇ ਨਾ ਚਲੇ ਜਾਣ। ਫਿਰ ਆਪਾਂ ਨੂੰ ਸਮਝਾਉਂਦੇ ਵੀ ਉੱਥੇ ਫਿਰ ਆਪਾਂ ਨੂੰ ਗਿਆਨ ਦੀ ਲੋੜ ਪੈਂਦੀ ਹੈ ਵੀ ਇਹ ਜਿਹੜਾ ਗਿਆਨ ਸਤਿਗੁਰੂ ਆਪਾਂ ਨੂੰ ਦਿੰਦੇ ਬ੍ਰਹਮ ਦਾ, ਫਿਰ ਇਹ ਆਪਾਂ ਜਦੋਂ ਗਿਆਨ ਦਾ ਗੋਲਾ ਛੱਡਦੇ ਹਾਂ ਫਿਰ ਇਹ ਪਾਸੇ ਹਟ ਜਾਂਦੇ ਨੇ। ਜਿਸ ਨੂੰ ਮਹਾਰਾਜ ਕਹਿੰਦੇ ਗੋਲਾ ਗਿਆਨ ਚ ਲਾਇਆ, ਵੀ ਜਦੋਂ ਗਿਆਨ ਦਾ ਗੋਲਾ ਛੱਡਦੇ ਫਿਰ ਇਹ ਪਿੱਛੇ ਹਟ ਜਾਂਦੇ ਅਤੇ ਫਿਰ ਆਪਾਂ ਨੂੰ ਮੌਕਾ ਮਿਲ ਜਾਂਦਾ ਵੀ ਆਪਾਂ ਇਹਨਾਂ ਦੇ ਦਾਇਰੇ 'ਚੋਂ ਅੱਗੇ ਬਾਹਰ ਨਿਕਲ ਸਕਦੇ ਹਾਂ। ਜਦ ਤੱਕ ਹੁਣ ਆਪਾਂ ਨੂੰ ਇਹ ਗਿਆਨ ਨਹੀਂ ਹੁੰਦਾ ਉਹਨਾਂ ਸਮਾਂ ਇਹ ਸਾਨੂੰ ਨਿਕਲ ਨਹੀਂ ਦਿੰਦੇ, ਉਹਨਾਂ ਸਮਾਂ ਇਹ ਇੱਧਰ ਹੀ ਰੱਖਦੇ ਵੀ ਸਾਡੇ ਨਾਲ ਹੀ ਖੇਲੀ ਜਾਣ, ਵੀ ਘਰੇ ਵਾਪਸ ਨਾ ਚਲੇ ਜਾਣ। ਤਾਂ ਕਰਕੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਦੋ ਹੀ ਤਰੀਕੇ ਆਪਾਂ ਨੂੰ ਦੱਸੇ ਵੀ ਮਨ ਨੂੰ ਘਰ ਲੈ ਕੇ ਜਾਣ ਦੇ, ਵੀ ਅੱਗੇ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਅਤੇ ਨਾਲ ਨਾਲ ਗੁਰੂ ਦੀ ਮੱਤ ਗਿਆਨ। ਮਹਾਰਾਜ ਕਹਿੰਦੇ ਮਨੁਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਵੀ ਗੁਰੂ ਦੀ ਮੱਤ ਲੈ ਕੇ, ਗਿਆਨ ਦੀ ਮੱਤ ਲੈ ਕੇ ਅਸੀਂ ਇਹਨੂੰ ਘਰ ਲਿਜਾ ਸਕਦੇ ਹਾਂ। ਜੇ ਹੁਣ ਸਾਨੂੰ ਗਿਆਨ ਨਹੀਂ ਹੋਏਗਾ ਮੇਰੇ ਘਰੇ ਬੈਠੇਗਾ ਹੀ ਨਹੀਂ। ਜਿਵੇਂ ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਥਿਰ ਘਰ ਬੈਠੋ, ਨਿਜ ਮਹਿਲ ਬੈਠੋ। ਜੇ ਤੁਸੀਂ ਨਿਜ ਮਹਿਲ 'ਚ ਬੈਠ ਜਾਓਗੇ, ਥਿਰ ਘਰ ਬੈਠ ਜਾਓਗੇ, ਤੁਹਾਡੇ ਕਾਰਜ ਮਾਲਕ ਆਪ ਸਵਾਰ ਦੇਗਾ। ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੀ। ਹੁਣ ਇਹ ਥਿਰ ਘਰ ਸਾਡਾ ਮਨ ਉਦੋਂ ਬੈਠਦਾ ਜਦੋਂ ਇਹਨੂੰ ਗਿਆਨ ਹੁੰਦਾ। ਜਦ ਤੱਕ ਇਹਨੂੰ ਗਿਆਨ ਨਹੀਂ ਥਿਰ ਕਰਦਾ ਉਹਨਾਂ ਸਮਾਂ ਹੀ ਬੈਠਦਾ ਵੀ ਨਹੀਂ। ਇਸ ਵਾਸਤੇ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਸਤ ਸੰਗਤ ਦੇ ਵਿੱਚ ਆਇਆਂ ਨੂੰ ਆਪਾਂ ਨੂੰ ਗਿਆਨ ਹੁੰਦਾ, ਸੋਝੀ ਹੁੰਦੀ, ਫਿਰ ਹੀ ਆਪਣੇ ਮਨ ਦਾ ਵਾਸਾ ਜਿਹੜਾ ਉਹ ਥਿਰ ਕਰਨ ਜਮਹਿਲ ਦੇ ਵਿੱਚ ਹੁੰਦਾ ਹੈ। ਮਹਾਰਾਜ ਕਹਿੰਦੇ ਨਦਰ ਪ੍ਰਭੂ ਸਤ ਸੰਗਤ ਪਾਈ, ਤਾਂ ਨਿਜ ਘਰ ਹੋਆ ਵਸ। ਵੀ ਜਦੋਂ ਮਾਲਕ ਦੀ ਨਜ਼ਰ ਹੋਈ, ਸਤ ਸੰਗਤ ਮਿਲੀ, ਸਤ ਸੰਗਤ ਦੇ ਵਿੱਚ ਆ ਕੇ ਆਪਾਂ ਨੂੰ ਕੀ ਮਿਲਦਾ? ਗਿਆਨ, ਗੁਰੂ ਦੀ ਮੱਤ, ਅਤੇ ਫਿਰ ਆਪਣੇ ਮਨ ਦਾ ਵਾਸਾ ਕਹਿੰਦੇ ਥਿਰ ਘਰ ਦੇ ਵਿੱਚ ਹੋ ਜਾਂਦਾ, ਮਹਿਲ ਦੇ ਵਿੱਚ ਹੋ ਜਾਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ ਉਹਨਾਂ ਸਮਾਂ ਸਾਡਾ ਜਿਹੜਾ ਮਨ ਹੈ ਉਹ ਥਿਰ ਘਰ ਬਹਿੰਦਾ ਨਹੀਂ, ਕਿਉਂਕਿ ਇਹਨੂੰ ਪਤਾ ਹੀ ਨਹੀਂ ਵੀ ਉਹ ਥਿਰ ਘਰ ਹੈ ਕਿੱਥੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਜੋ ਗਿਆਨ ਆਪਾਂ ਨੂੰ ਮਹਾਰਾਜ ਦੇ ਰਹੇ ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਜੇ ਗਿਆਨ ਸਾਨੂੰ ਹੋ ਜਾਏਗਾ, ਇਹ ਗਿਆਨ ਹੋਣ ਦੇ ਨਾਲ ਸਾਡਾ ਮਨ ਘਰ ਬੈਠ ਜਾਏਗਾ। ਜਦੋਂ ਸਾਡਾ ਮਨ ਘਰੇ ਬੈਠ ਗਿਆ ਉੱਥੇ ਫਿਰ ਇਹਨੂੰ ਇਹ ਜਿਹੜੀ ਦੁਰਮਤ ਦੀ ਅਗਨ ਹੈ ਇਹ ਸਾੜ ਨਹੀਂ ਸਕਦੀ। ਜਦ ਤੱਕ ਦੇ ਤ੍ਰੈ ਗੁਣਾਂ 'ਚ ਇੱਥੇ ਤਾਂ ਸੜੇਗਾ ਹੀ ਸੜੇਗਾ। ਜਦੋਂ ਘਰ ਬੈਠ ਗਿਆ ਫਿਰ ਇਹਨੂੰ ਸਾੜੇਗੀ ਨਹੀਂ, ਫਿਰ ਇਹਨੂੰ ਉਹ ਅਗਨ ਨਹੀਂ ਲੱਗਦੀ ਉਹ 'ਚ। ਇਸ ਵਾਸਤੇ ਫਿਰ ਘਰ ਦੇ ਵਿੱਚ ਕਦੋਂ ਵਾਸਾ ਹੁੰਦਾ? ਜਦੋਂ ਇਹਨੂੰ ਗਿਆਨ ਹੁੰਦਾ। ਤਾਈਓ ਮਹਾਰਾਜ ਕਹਿੰਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਬਈ ਜਦੋਂ ਮਨ ਘਰ ਬੈਠ ਗਿਆ, ਵੀ ਜਿਹੜੀ ਅਗਨ ਦੇ ਵਿੱਚ ਸਾਰਾ ਸੰਸਾਰ ਜਲਦਾ ਪਿਆ, ਦੁਰਮਤ ਦੀ ਅਗਨ ਸਾਰਿਆਂ ਦੇ ਮਨਾਂ ਨੂੰ ਸਾੜਦੀ ਪਈ। ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰ ਜਾਰੀ। ਫਿਰ ਗੁਰਮੁਖਾਂ ਨੂੰ ਇਹ ਅਗਨ ਕਿਉਂ ਨਹੀਂ ਲੱਗਦੀ? ਕਿਉਂਕਿ ਉਹਦੇ ਸਾਨੂੰ ਗਿਆਨ ਹੋ ਗਿਆ, ਅਤੇ ਗਿਆਨ ਹੋਣ ਦੇ ਨਾਲ ਕਿੱਥੇ ਵਾਸਾ ਹੋ ਗਿਆ? ਘਰ ਦੇ ਵਿੱਚ।
ਜਦੋਂ ਘਰ ਦੇ ਵਿੱਚ ਬੈਠ ਗਏ ਤੇ ਉੱਥੇ ਅਗਨ ਸੜ ਨਹੀਂ ਸਕਦੀ, ਉੱਥੇ ਅਗਨ ਪਾਉਂਦੀ ਨਹੀਂ ਹੈ। ਜਿਵੇਂ ਆਪਾਂ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦੇ ਆ, ਉੱਥੇ ਆਪਾਂ ਨੂੰ ਸੇਕ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਉੱਥੇ ਮਾਲਕ ਨੇ ਆਪਾਂ ਨੂੰ ਨਾਮ ਦੇ ਕੇ, ਆਪਦਾ ਸਿਮਰਨ ਦੇ ਕੇ ਉੱਥੇ ਰੱਖਿਆ ਚੱਕਰ ਬਣਾਇਆ। ਜਿਸ ਨੂੰ ਮਹਾਰਾਜ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ। ਵੀ ਉੱਥੇ ਸਾਡੇ ਇਰਦ ਗਿਰਦ ਨਾਮ ਦਾ ਰੱਖਿਆ ਚੱਕਰ ਬਣਿਆ ਸੀ, ਅਤੇ ਇਸ ਕਰਕੇ ਉਹ ਸਾਨੂੰ ਸੇਕ ਨਹੀਂ ਸੀ ਲੱਗਦਾ। ਹੁਣ ਇਸੇ ਤਰ੍ਹਾਂ ਹੀ ਜਦੋਂ ਆਪਾਂ ਘਰ ਦੇ ਵਿੱਚ ਚਲੇ ਜਾਵਾਂਗੇ, ਉੱਥੇ ਮਾਲਕ ਆਪਣੇ ਇਰਦ ਗਿਰਦ ਰੱਖਿਆ ਚੱਕਰ ਬਣਾ ਦਿੰਦਾ ਹੈ, ਅਤੇ ਆਪਾਂ ਨੂੰ ਕਾਲ ਦੀ ਤੱਤੀ ਪਾ ਲੱਗਦੀ ਨਹੀਂ। ਉੱਥੇ ਮਹਾਰਾਜ ਕਹਿੰਦੇ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਜੋ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਵੀ ਉੱਥੇ ਸਾਡੇ ਮਨ ਨੂੰ ਦੁੱਖ ਲੱਗਦਾ ਕੋਈ ਨਹੀਂ, ਜੇ ਪਾਰ ਬ੍ਰਹਮ ਦੀ ਸ਼ਰਨ 'ਚ ਚਲਾ ਜਾਂਦਾ, ਜੇ ਘਰ ਬੈਠ ਜਾਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਬੈਠੇਗਾ ਤਾਂ ਹੀ ਜੇ ਇਹਨੂੰ ਗਿਆਨ ਹੋਏਗਾ, ਜੇ ਇਹਨੂੰ ਸੋਝੀ ਹੋਏਗੀ, ਇਹਦੇ ਬੈਠੇਗਾ। ਇਸੇ ਕਰਕੇ ਫਿਰ ਜੋ ਆਪਾਂ ਨੂੰ ਸਤਿਗੁਰੂ ਗਿਆਨ ਬਖਸ਼ਿਸ਼ ਕਰਦੇ, ਤਾਂਹੀਓ ਆਪਾਂ ਵਾਰ-ਵਾਰ ਇਹਨੂੰ ਦ੍ਰਿੜ ਕਰਦੇ ਹਾਂ, ਤਾਂ ਕਿ ਸਾਡੇ ਮਨ ਦੇ ਵਿੱਚ ਵਸ ਜੇ, ਸਾਡੇ ਹਿਰਦੇ ਵਿੱਚ ਵਸ ਜਾਵੇ। ਜੇ ਸਾਡੇ ਮਨ 'ਚ ਵਸ ਜੇਗਾ ਤੇ ਸਾਨੂੰ ਭੁੱਲੇਗਾ ਨਹੀਂ। ਜਦੋਂ ਸਾਡੇ ਮਨ 'ਚ ਵਸਿਆ ਨਹੀਂ, ਅਸੀਂ ਭੁੱਲ ਜਾਂਦੇ, ਵਿਸਾਰ ਦਿੰਦੇ। ਤਾਈਓ ਫਿਰ ਆਪਾਂ ਨੂੰ ਕਹਿੰਦੇ ਵੀ ਇਹਨੂੰ ਦ੍ਰਿੜ ਕਰੋ, ਵੀ ਤਾਂ ਕਿ ਸਾਡੇ ਮਨ ਦੇ ਵਿੱਚ ਵਸ ਜਾਵੇ। ਜਦੋਂ ਹੁਣ ਆਪਾਂ ਨੂੰ ਸਤ ਸੰਗਤ ਮਿਲਦੀ, ਸਤ ਸੰਗਤ ਦੇ ਵਿੱਚ ਆਪਾਂ ਵਾਰ-ਵਾਰ ਦ੍ਰਿੜ ਕਰਦੇ ਹਾਂ, ਗੁਰੂ ਮੰਤਰ ਨੂੰ ਦ੍ਰਿੜ ਕਰਦੇ ਹਾਂ। ਜੋ ਗਿਆਨ ਆਪਾਂ ਨੂੰ ਸਤਿਗੁਰੂ ਦਿੰਦੇ, ਉਹ ਗਿਆਨ ਨੂੰ ਦ੍ਰਿੜ ਕਰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ। ਵੀ ਜਦੋਂ ਸਾਨੂੰ ਸਤ ਸੰਗਤ ਮਿਲਦੀ, ਫਿਰ ਹੀ ਸਾਡੇ ਅੰਦਰ ਦ੍ਰਿੜਤਾ ਆਉਂਦੀ ਹੈ। ਅਤੇ ਜਿਉਂ-ਜਿਉਂ ਸਾਨੂੰ ਦ੍ਰਿੜ ਗਿਆਨ ਹੋਏਗਾ, ਅਤੇ ਉਹਦੇ ਅਸੀਂ ਸੁਖੀ ਹੁੰਦੇ ਜਾਣਾ। ਜਿਉਂ-ਜਿਉਂ ਸਾਡਾ ਮਨ ਅੰਦਰ ਹਿਰਦੇ 'ਚ ਵਸਾਏਗਾ, ਅਤੇ ਉਹਦੇ ਅਸੀਂ ਸੁਖੀ ਹੁੰਦਾ ਜਾਣਾ। ਇਸ ਵਾਸਤੇ ਫਿਰ ਮਨ ਨੂੰ ਕਹਿੰਦੇ ਵੀ ਤੂੰ ਭੁੱਲ ਨਾ, ਤੂੰ ਚੇਤੇ ਰੱਖ। ਇਹ ਭੁੱਲ ਜਾਂਦਾ, ਤਾਂਹੀਓ ਇਹਨੂੰ ਯਾਦ ਕਰਾਉਂਦੇ। ਮਹਾਰਾਜ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕੈ ਹੀ ਲਾਹੋ। ਬਈ ਜੋ ਭੁੱਲ ਨਾ ਚੇਤੇ ਰੱਖ, ਹੋਰ ਚਾਹੇ ਆਪ ਨੂੰ ਸਾਰਾ ਕੁਝ ਭੁੱਲ ਜੇ, ਪਰ ਪਰਮਾਤਮਾ ਨਾ ਭੁੱਲੇ। ਮਹਾਰਾਜ ਕਹਿੰਦੇ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਜੇ ਆਪਾਂ ਨੂੰ ਵਿਸਰੇ ਤੇ ਆਪਾਂ ਨੂੰ ਦੁੱਖ ਹੋਣਾ ਚਾਹੀਦਾ। ਜਿਵੇਂ ਹੁਣ ਜਿਹਦੇ ਨਾਲ ਆਪਣਾ ਪ੍ਰੇਮ ਹੈ, ਜੇ ਪਿਆਰਾ ਭੁੱਲਦਾ ਹੈ ਤੇ ਮਨ ਦੁੱਖ ਮਹਿਸੂਸ ਕਰਦਾ ਹੈ। ਜੇ ਪਿਆਰ ਨਹੀਂ ਤੇ ਫਿਰ ਇਹ ਦੁੱਖ ਨਹੀਂ ਮਹਿਸੂਸ ਕਰਦਾ, ਫਿਰ ਇਹ ਭੁੱਲ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਦਾ ਪ੍ਰੇਮ ਹੈ, ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ ਗੁਰਮੁਖਾਂ ਨੇ ਵੀ ਜਦੋਂ ਸਾਨੂੰ ਮਾਲਕ ਭੁੱਲਦਾ ਹੈ, ਉਦੋਂ ਸਾਡਾ ਮਨ ਹੈ ਜਿਹੜਾ ਉਹ ਦੁਖੀ ਹੁੰਦਾ ਹੈ। ਮਹਾਰਾਜ ਕਹਿੰਦੇ ਕੀ ਵਿਸਰੇ ਤਾਂ ਬਹੁਤਾ ਦੁੱਖ ਲਾਗੇ, ਦੁੱਖ ਲਾਗੇ ਤੂੰ ਵਿਸਰ ਨਹੀਂ। ਬਈ ਜਦੋਂ ਦਾ ਪ੍ਰੇਮ ਹੈ, ਫਿਰ ਜਦੋਂ ਭੁੱਲਦਾ ਤੇ ਮਨ ਨੂੰ ਦੁੱਖ ਮਹਿਸੂਸ ਹੁੰਦਾ, ਅਤੇ ਫਿਰ ਬੇਨਤੀ ਕਰਦਾ ਵੀ ਭੁੱਲਣਾ, ਵਿਸਰਨਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਵਾਰ-ਵਾਰ ਯਾਦ ਕਰਾਂਗੇ, ਚੇਤੇ ਕਰਾਂਗੇ, ਫਿਰ ਸਾਡਾ ਪ੍ਰੇਮ ਬਣ ਜਾਏਗਾ। ਅਤੇ ਜਦੋਂ ਪ੍ਰੇਮ ਬਣ ਗਿਆ ਤੇ ਫਿਰ ਇਹ ਪ੍ਰੇਮਾ ਭਗਤੀ। ਮਹਾਰਾਜ ਕਹਿੰਦੇ ਵੀ ਜਦ ਤੱਕ ਸਾਡਾ ਪ੍ਰੇਮ ਨਹੀਂ, ਉਹਨਾਂ ਸਮਾਂ ਹੀ ਭਗਤੀ ਹੁੰਦੀ ਨਹੀਂ ਹੈ। ਅਤੇ ਸਤ ਸੰਗਤ ਤੋਂ ਬਿਨਾਂ ਸਾਡੇ ਅੰਦਰ ਹੀ ਪ੍ਰੇਮ ਪੈਦਾ ਨਹੀਂ ਹੁੰਦਾ।
मारे कहते साध संगत बिन भाव नहीं उपजे, भाव बिन भगत नहीं होए तेरी। भी जाजक साडे अंदर ना दा डर है ते ना प्रेम है, फिर भगती नहीं हो सकती। पहला साडे अंदर डर हुंदा, जदों डर हुंदा डर तो फिर अगे प्रेम पैदा हुंदा। जिवें हुण जदों आपां नूं ज्ञान दिता जाता बई साडा माता पिता साडे सामने है, सानूं देख रहे है, हर समय जो असी बोलते सब तो पहला परमात्मा ही सुनता, जो असी करते वो मालक देख रहे है। जे साडे अंदर भय होएगा तो फिर मन है जिहड़ा ऐसा किसी नूं वचन नहीं बोलेगा फिका, भी मालक सुन रहे है, किसी की निंदा नहीं करेगा, किसी नाल ईरखा नफरत नहीं करेगा, भी मालक देख रहे है। जिवें माता पिता हुंदे बच्चिआं नूं उन्हां दे अखां दी घूरी हुंदी, और माता पिता ने कहना थोड़ी कुछ हुंदा है बच्चिआं नूं, सिर्फ उन्हां दे अखां दा हुंदा है भी डर भै। इसे तरह ही अपना माता पिता है, उन्हें आपां नूं कहना थोड़ी है कुछ, वो तो सिर्फ जदों अपने अंदर भै है भी मालक देख रही है, तो वह भै भी फिर साडे मन नूं निर्मल कर दिंदा, साडे मन नूं पवित्र कर दिंदा। इसलिए महाराज कहते भै बिन प्रेम न उपजे, ना मन निर्मल होए। बई जाजक साडे अंदर भै नहीं, उन्ना समा प्रेम नहीं पैदा होना। इसलिए मालक के जिहड़े गुण ने महाराज कहते फिर ही साडे अंदर टिक सकदे, जे साडे अंदर मालक दा भै भी होवे ते प्रेम भी होवे। सच्चे पातशाह कहते हर गुण हिरदे तिसके टिके जिस अंतर भौ भाव नहीं हुई। बई जिहदे अंदर भै है प्रेम है, ਉਹਦੇ अंदर मालक के गुण टिकणगे। जे हुण साडे अंदर ना तो भै है ना प्रेम है तो फिर मालक का गुण टिकना ही कोई नहीं है। इस वास्ते फिर आपां नूं समझाउंदे भी पहलां साडे अंदर भै पैदा हुंदा है, फिर भै तो प्रेम बन जाता है। सो इस वास्ते फिर वो तां ही हुंदा है जे सानूं ज्ञान हुंदा, जे सानूं सोझी हुंदी है तां भी मालक देख रहे गुरबाणी गुरु जो कह रहे असी इन्हों सत सत करके मनते, ताइयों आपां नूं समझाउंदे भी इहदे ते कोई शंका ना करो। सतगुर की बाणी सत सत कर जानो गुर सिखो, हर करता आप मोहों कढ़ाई। भी सतगुरु हुण आपां नूं कह रहे भी बेशक असीं परमात्मा नूं नहीं देखते, पर वो सानूं सारिआं नूं देख रहे हैं। असी चाहे उसकी नहीं सुनते आवाज़ नूं, पर वो साडी सारिआं दी सुन रही है। हुण जे तां सानूं गुरबाणी गुरु ते भरोसा है फिर तां असीं इन्हां दा वचन मन्नांगे, ते जदों मन्नांगे ते फिर साडा मन भै च भी रहेगा। जे सानूं भरोसा नहीं फिर असीं मनदे नहीं है। सो इस वास्ते फिर आपां नूं कहंदे भी जो सानूं कह रहे भी उहनूं सत सत करके मन्नो, ते जो सानूं रस्ता दस रहे इन्हां दे दसे हुए रस्ते ते चलो। महाराज कहंदे गुर सिख मीत चलो गुर चाली, जो गुर कहे सोई भल मानो, हर हर कथा निराली। भी जो सानूं कह रहे जदों असीं इन्हां दे दसे मार्ग ते चलांगे ते फिर किरपा होएगी होएगी अपने ते। आओ हुण जो सानूं सतगुरु कह रहे भी इस रास्ते ते चलण दे लई सिमरन अभ्यास करो, ताकि अपना मन विचारां तो पुरनियां तो रहत होवे ते इस मार्ग दे उत्ते आपां चलीए। आओ हुण किवें आपां मन नूं विचारां तो रहत करना, जो महाराज आपां नूं सास गिरास सिमन दसदे ने। आओ सारे गुरमुख प्यारे करो जी शुरू। वाहिगुरू 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 वाहिगुरू।
ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖੋ ਆਪਣਾ ਅਸਲ ਕਾਰਜ ਹੈ ਜੋ ਮਹਾਰਾਜ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦੱਸਦੇ ਨੇ। ਆਪਾਂ ਨੂੰ ਕਹਿੰਦੇ ਵੀ ਇਸ ਕਾਰਜ ਦੇ ਵਿੱਚ ਆਪਣੇ ਤੇ ਢਿੱਲ ਨਾ ਵਰਤੋ, ਆਲਸ ਨਾ ਕਰੋ। ਵੀ ਇਹ ਨਾ ਆਖੋ ਵੀ ਕੋਈ ਨਹੀਂ ਬਥੇਰਾ ਸਮਾਂ ਪਿਆ ਹੈ, ਹਜੇ ਕਿਹੜਾ ਕਾਹਲੀ ਹੈ, ਕੋਈ ਫੇਰ ਕਰ ਲਾਂਗੇ। ਸਮੇਂ ਦਾ ਕੋਈ ਪਤਾ ਨਹੀਂ ਹੈ, ਤੇ ਇਸ ਕਰਕੇ ਆਪਾਂ ਨੂੰ ਕਹਿੰਦੇ ਵੀ ਇਹਦੇ ਵਿੱਚ ਇੱਕ ਖਿੰਨ ਪਰ ਵੀ ਢਿੱਲ ਨਾ ਵਰਤੋ। ਵੀ ਆਹ ਸਾਹ ਆਇਆ, ਅਗਲਾ ਪਤਾ ਨਹੀਂ ਆਵੇ ਕਿ ਨਾ ਆਵੇ। ਮਾਰੇ ਫਰਮਾਉਂਦੇ ਹਰ ਜਪਦੇ ਆ, ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ। ਮੱਚ ਕੇ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਵੀ ਜਿਹੜਾ ਸਵਾਸ ਅਸੀਂ ਮਾਲਕ ਨੂੰ ਯਾਦ ਦੇ ਵਿੱਚ ਲੰਘਾ ਲਿਆ, ਸਮਝ ਲਓ ਆਪਣਾ ਸਫਲ ਹੋ ਗਿਆ। ਜਿਹੜੇ ਸਵਾਸ ਤੇ ਅਸੀਂ ਮਾਲਕ ਨੂੰ ਨਹੀਂ ਚੇਤੇ ਕਰਦੇ, ਉਹ ਸਾਡਾ ਵਿਅਰਥ ਚਲਾ ਜਾਂਦਾ ਹੈ। ਅਜੇ ਬਾਦਸ਼ਾਹ ਕਹਿੰਦੇ ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਈ। ਵੀ ਜਿਹੜੇ ਦਮ ਤੇ ਸਾਨੂੰ ਚੇਤੇ ਹੀ ਨਹੀਂ ਆਇਆ, ਉਹ ਸਾਡਾ ਵਿਅਰਥ ਗਿਆ।
ਤੇ ਜਿਹਦੇ ਨਾਲ ਸਾਨੂੰ ਚੇਤੇ ਆ ਗਿਆ ਉਹ ਸਾਡਾ ਸਫਲ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਹਰ ਇੱਕ ਸਵਾਸ ਦੇ ਨਾਲ ਆਪਾਂ ਮਾਲਕ ਨੂੰ ਚੇਤੇ ਕਰਨਾ। ਜਿਵੇਂ ਗੁਰੂ ਅਰਜਨ ਦੇਵ ਜੀ ਦੱਸਦੇ, ਕਹਿੰਦੇ ਜਿੰਨੇ ਵੀ ਮਨ ਸਾਸ ਦੇ ਰਸ ਲੈਂਦਾ ਹੈ ਉਨੇ ਹੀ ਅਸੀਂ ਮਾਲਕ ਦੇ ਗੁਣ ਗਾਉਂਦੇ। ਜੇ ਤੇ ਸਾਸ ਦੇ ਰਸ ਮਨ ਲੇਤਾ ਤੇ ਹੀ ਗੁਣ ਗਾਈਏ। ਆਪਾਂ ਨੂੰ ਕਹਿੰਦੇ ਵੀ ਉਹਨਾਂ ਸਮਾਂ ਸਿਮਰਨ ਅਸੀਂ ਕਰਦੇ ਹੀ ਰਹਿਣਾ ਜਿੰਨਾ ਸਮਾਂ ਸਾਨੂੰ ਸਵਾਸ ਆ ਰਹੇ ਨੇ। ਮਹਾਰਾਜ ਕਹਿੰਦੇ ਤਬ ਲਗ ਤਿਸੀ ਸਰੇਵੋ ਪ੍ਰਾਣੀ ਜਬ ਲਗ ਘਟ ਮੇ ਸੱਸ। ਵੀ ਜਦ ਜਾ ਕੇ ਸਾਹ ਚੱਲ ਰਹੇ ਲਾਹਾ ਹੀ ਲਾਹਾ, ਵੀ ਜਿੰਨਾ ਅਸੀਂ ਵੱਧ ਤੋਂ ਵੱਧ ਕਰ ਲਾਂਗੇ ਉਨਾ ਹੀ ਸਾਡੇ ਵਾਸਤੇ ਚੰਗਾ ਹੈ, ਉਨਾ ਹੀ ਇਹ ਧਨ ਸਾਡਾ ਜਮ੍ਹਾਂ ਹੋ ਜਾਣਾ। ਸੋ ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ, ਵੱਧ ਤੋਂ ਵੱਧ ਇਹ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਖੋਜਣਾ, ਆਪਾਂ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਬਾਕੀ ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ ਸਾਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ। ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਆਪਣੇ ਜੀਵਨ ਦਾ ਅਸਲ ਮਕਸਦ ਹੈ, ਕਿਵੇਂ ਅਸੀਂ ਇਹ ਖੇਲ ਨੂੰ ਜਿੱਤਣਾ ਅਤੇ ਕਿਵੇਂ ਅਸੀਂ ਹਾਰਦੇ ਹਾਂ, ਉਹ ਫਿਰ ਗੁਰਮੁਖਾਂ ਨੇ ਆਪਾਂ ਨੂੰ ਵਾਰ-ਵਾਰ ਦ੍ਰਿੜ ਕਰਾਇਆ ਵੀ ਜਦੋਂ ਅਸੀਂ ਦੁਵਿਧਾ 'ਚ ਪੈਂਦੇ ਹਾਂ ਫਿਰ ਹੀ ਅਸੀਂ ਜੀਵਨ ਦੀ ਬਾਜੀ ਨੂੰ ਹਾਰਦੇ ਹਾਂ। ਇਸ ਵਾਸਤੇ ਆਪਾਂ ਦੁਵਿਧਾ 'ਚ ਨਹੀਂ ਪੈਣਾ, ਵੀ ਜੋ ਆਪਣਾ ਅਸਲ ਕਾਰਜ ਆਪਾਂ ਆਪਦਾ ਉਹ ਕਰਦੇ ਰਹਿਣਾ। ਅਤੇ ਇਹ ਮਾਰਗ ਹੈ ਨੀਵਿਆਂ ਦਾ, ਜਿੰਨੇ ਅਸੀਂ ਨਿਮਾਣੇ ਹੋਵਾਂਗੇ ਉਨਾ ਹੀ ਅਸੀਂ ਸੁਖੀ ਹੋ ਜਾਣਾ। ਇਸ ਲਈ ਫਿਰ ਆਪਾਂ ਨੂੰ ਵਾਰ-ਵਾਰ ਗੁਰਮੁਖਾਂ ਨੇ ਦ੍ਰਿੜ ਕਰਾਇਆ ਵੀ ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ, ਦੁਵਿਧਾ ਕਿਸੇ ਨਾਲ ਵੀ ਮਨ ਦੇ ਵਿੱਚ ਰੱਖੋ ਨਾ, ਹਉਮੈ ਤੋਂ ਰਹਿਤ ਰਹੋ ਅਤੇ ਲੋਕ ਲੱਜਾ ਤੋਂ ਉੱਪਰ ਉਠੋ, ਅਤੇ ਐਸੀ ਵਰਸਾ ਚੱਲੋ ਹਮ ਨਹੀਂ ਚੰਗੇ ਬੁਰਾ ਨਹੀਂ ਹੋਏ। ਵੀ ਜਿੰਨੇ ਅਸੀਂ ਨਿਮਾਣੇ ਹੋ ਜਾਵਾਂਗੇ, ਨੀਵੇਂ ਹੋ ਜਾਵਾਂਗੇ, ਉਨੇ ਹੀ ਅਸੀਂ ਸੁਖੀ ਹੋ ਜਾਣਾ। ਸੋ ਇਸ ਵਾਸਤੇ ਹੁਣ ਆਪਾਂ ਜੋ ਸਤਿਗੁਰੂ ਕਹਿ ਰਹੇ ਇਹਨਾਂ ਬਚਨਾਂ ਨੂੰ ਮੰਨਦੇ ਹੋਏ ਜੇ ਆਪਾਂ ਆਪਦਾ ਜੀਵਨ ਬਤੀਤ ਕਰਾਂਗੇ ਤੇ ਆਪਣਾ ਜੀਵਨ ਬੜਾ ਸੌਖਾ ਅਤੇ ਸੁਖੀ ਹੋ ਜਾਏਗਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 Good.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।